ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਸਮੂਹ ਸ਼ਹੀਦ ਸਿੰਘ ਫੌਜਾਂ, ਤਿੰਨਾਂ ਦੇ ਚਰਨ ਕਮਲਾਂ ਵਿੱਚ ਨਮਸਕਾਰ ਹੈ ਜੀ। ਸਾਧ ਸੰਗਤ ਜੀ, ਐਸੀ ਕਮਾਈ ਵਾਲੇ ਸਾਧੂਆਂ, ਮਹਾਪੁਰਸ਼ਾਂ, ਸ਼ਹੀਦਾਂ ਨੂੰ ਨਮਸਕਾਰ ਕੀਤਿਆਂ ਸੁਖ ਪ੍ਰਾਪਤ ਹੁੰਦਾ ਹੈ ਤੇ ਦੁੱਖ ਸਾਰੇ ਮਿਟ ਜਾਂਦੇ ਹਨ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤਿਆਂ ਧੰਨ ਆਖਿਆਂ ਮੁਖ ਪਵਿੱਤਰ ਹੋ ਜਾਂਦਾ ਹੈ, ਹਿਰਦੇ ਵਿੱਚ ਸੁਖ ਪ੍ਰਾਪਤ ਹੋ ਜਾਂਦਾ ਹੈ ਤੇ ਹਿਰਦੇ ਵਿੱਚ ਆਨੰਦ ਵੀ ਪ੍ਰਾਪਤ ਹੁੰਦਾ ਹੈ। ਘਰ ਦੇ ਕਲਾ ਕਲੇਸ਼ ਦੂਰ ਹੋ ਜਾਂਦੇ ਹਨ। ਸੋ ਨਿਤਾ ਪ੍ਰਤ ਬਾਣੀ ਦਾ ਜਾਪ ਅਭਿਆਸ ਕਰਿਆ ਕਰੋ ਸਾਧ ਸੰਗਤ ਜੀ, ਕਿਉਂਕਿ ਬਾਣੀ ਹੀ ਚਿੰਤਾਵਾਂ, ਫਿਕਰਾਂ ਤੇ ਝੋਰਿਆਂ ਨੂੰ ਦੂਰ ਕਰਨ ਵਾਸਤੇ ਹੀ ਸੰਸਾਰ ਤੇ ਪ੍ਰਗਟ ਹੋਈ ਹੈ। ਇਹ ਅਕਾਲ ਪੁਰਖ ਦਾ ਨਿਜ ਰੂਪ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਆਰਾ ਪ੍ਰਗਟ ਕੀਤੀ ਹੋਈ ਬਾਣੀ ਹੈ ਜੀ। ਸਾਧ ਸੰਗਤ ਜੀ, ਜਿਹੜੇ ਇਸ ਬਾਣੀ ਦਾ ਜਾਪ ਤੇ ਅਭਿਆਸ ਕਰਦੇ ਹਨ, ਉਹਨਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਅੰਤ ਖੁਸ਼ੀਆਂ ਦਿੰਦੇ ਹਨ। ਸ਼ਹੀਦ ਸਿੰਘਾਂ ਦੀਆਂ ਬੇਅੰਤ ਖੁਸ਼ੀਆਂ ਉਹਨਾਂ ਨੂੰ ਪ੍ਰਗਟ ਹੋ ਜਾਂਦੀਆਂ ਹਨ। ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਜਿਹੜੇ ਬਾਣੀ ਦਾ ਨਿਤਾ ਪ੍ਰਤ ਜਾਪ ਕਰਦੇ ਹਨ। ਸੋ ਬਾਣੀ ਦੇ ਜਾਪ ਕਰਨ ਵਾਲੇ ਨੂੰ ਸਦਾ ਸਦੀਵੀ ਸੁਖ ਬਣਿਆ ਹੀ ਰਹਿੰਦਾ ਹੈ। ਦੁੱਖ ਕਦੀ ਨਾ ਹੀ ਕਦੀ ਚਿੰਤਾ ਉਹਨਾਂ ਨੂੰ ਰਹਿੰਦੀ ਹੈ। ਜੇਕਰ ਉਹਨਾਂ ਦੇ ਉੱਪਰ ਦੁੱਖ ਭੁੱਲ ਭੁਲੇਖੇ ਆ ਵੀ ਜਾਵੇ ਤੇ ਉਹ ਉਹਨਾਂ ਨੂੰ ਸੁਖ ਵਾਂਗ ਪ੍ਰਤੀਤ ਹੁੰਦਾ ਹੈ। ਉਹਨਾਂ ਨੂੰ ਸੂਲੀ ਤੋਂ ਸੂਲ ਬਣ ਜਾਂਦਾ ਹੈ। ਸਾਧ ਸੰਗਤ ਜੀ, ਜੇ ਕੋਈ ਚੀਜ਼ ਸਿਰ ਵਿੱਚ ਵੱਜਣ ਵਾਸਤੇ ਆਵੇ ਕਿ ਜਿੱਦਾਂ ਦੁੱਖ ਆਉਂਦਾ ਹੈ, ਉਹ ਵੀ ਉਹਨਾਂ ਨੂੰ ਫੁੱਲ ਬਣ ਕੇ ਵੱਜਦਾ ਹੈ। ਇੱਟ ਦੀ ਸੱਟ ਫੁੱਲ ਵਾਂਗ ਲੱਗਦੀ ਹੈ, ਉਹਨਾਂ ਨੂੰ ਕੋਈ ਵੀ ਦੁੱਖ ਪ੍ਰਤੀਤ ਨਹੀਂ ਹੁੰਦਾ। ਜਿਹੜੇ ਬਾਣੀ ਦਾ ਜਾਪ ਕਰਦੇ ਹਨ, ਅਭਿਆਸ ਕਰਦੇ ਹਨ, ਸੋ ਨਿਤਾ ਪ੍ਰਤ ਅੰਮ੍ਰਿਤ ਵੇਲੇ ਬਾਣੀ ਦਾ ਅਭਿਆਸ ਕਰਿਆ ਕਰੋ। 5 ਬਾਣੀਆਂ ਤੁਹਾਨੂੰ ਬਿਲਕੁਲ ਯਾਦ ਹੋਣੀਆਂ ਚਾਹੀਦੀਆਂ ਹਨ ਤੇ ਤੁਸੀਂ ਹਰ ਰੋਜ਼ ਪ੍ਰਣ ਕਰ ਲਓ ਕਿ ਤੁਸੀਂ 5 ਬਾਣੀਆਂ ਦਾ ਜਾਪ ਤਾਂ ਕਰਨਾ ਹੀ ਹੈ। ਜੇਕਰ ਤੁਹਾਡੇ ਉੱਪਰ ਵੀ ਕੋਈ ਦੁੱਖ ਆਵੇਗਾ ਤਾਂ ਤੁਹਾਨੂੰ ਉਹ ਸੁੱਖ ਵਾਂਗ ਹੀ ਪ੍ਰਤੀਤ ਹੋਵੇਗਾ। ਜੇਕਰ ਤੁਸੀਂ ਬਾਣੀ ਦਾ ਜਾਪ ਨਿਤਾ ਪ੍ਰਤ ਕਰਦੇ ਰਹਿੰਦੇ ਹੋ ਤਾਂ ਤੁਹਾਡੀ ਸ਼ਰਧਾ ਹੋਰ ਵੀ ਮਜ਼ਬੂਤ ਹੋ ਜਾਵੇਗੀ। ਜੇਕਰ ਤੁਸੀਂ ਦੁੱਖਾਂ ਵਿੱਚ ਦੁੱਖ ਨੂੰ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਇੱਕ ਜੁਗਤੀ ਅਸੀਂ ਅੱਜ ਦੱਸਾਂਗੇ ਜੀ ਕਿ ਤੁਸੀਂ ਉਸ ਦੁੱਖ ਨੂੰ ਕਿਵੇਂ ਸੁੱਖ ਵਿੱਚ ਬਦਲ ਸਕਦੇ ਹੋ। ਇੱਕ ਵੀਰ ਜੀ ਨੇ ਆਪਣੀ ਹੱਡ ਬੀਤੀ ਸੁਣਾਈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਸਦਾ ਹੀ ਸੁੱਖ ਦਿੰਦੇ ਹਨ। ਸਾਧ ਸੰਗਤ ਜੀ, ਸ਼ਰਨ ਪਰੇ ਪ੍ਰਭ ਤੇਰੀ ਆ, ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ। ਉਹ ਸੱਚੇ ਪਾਤਸ਼ਾਹ ਦਾ ਕੋਈ ਅੰਤ ਨਹੀਂ ਪਾ ਸਕਦਾ। ਸਿਰਫ ਉਹਦੀ ਸ਼ਰਨ ਪੈ ਜਾਓ, ਉਹਦੇ ਅੱਗੇ ਝੁਕ ਕੇ ਨਮਸਕਾਰ ਕਰੋ, ਸਭ ਸੁਖ ਪ੍ਰਾਪਤ ਹੋ ਜਾਵੇਗਾ। ਜੀ ਜੰਤ ਸੋ ਪ੍ਰਸੰਨ ਪਏ, ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਆਪ ਸਾਰੇ ਕਰਜ਼ੇ ਲਾਹੁਣ ਵਾਲਾ ਹੈ, ਤਨ ਦੇ ਤੇ ਮਨ ਦੇ। ਸੋ ਵੀਰ ਜੀ ਨੇ ਆਪਣੀ ਹੱਡ ਬੀਤੀ ਸੁਣਾਈ। ਕਹਿਣ ਲੱਗੇ ਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਸੀ ਤੇ ਚੰਗੀ ਕਮਾਈ ਵੀ ਕਰਦਾ ਸੀ, ਘਰ ਵੀ ਬਹੁਤ ਸਾਰੇ ਪੈਸੇ ਭੇਜਦਾ ਸੀ। ਪਿੱਛੋਂ 2 ਭੈਣਾਂ ਦੇ ਰਿਸ਼ਤੇ ਪੱਕੇ ਹੋ ਗਏ। ਸੋਚਿਆ ਸੀ ਕਿ 2 ਸਾਲ ਬਾਅਦ ਜਾਵਾਂਗਾ, ਜਾ ਕੇ ਉਹਨਾਂ ਦੇ ਵਿਆਹ ਕਰਾਂਗਾ। ਕਹਿੰਦਾ ਕਿ ਉੱਥੇ ਇਹੋ ਜਿਹੀ ਇੱਕ ਮੇਰੇ ਨਾਲ ਖੇਡ ਬਣੀ ਕਿ ਮੈਨੂੰ ਡਿਪੋਰਟ ਕਰ ਦਿੱਤਾ ਗਿਆ। ਮੈਂ ਡਿਪੋਰਟ ਹੋ ਕੇ ਘਰ ਆ ਗਿਆ, ਕੋਈ ਪਤਾ ਵੀ ਨਾ ਚੱਲਿਆ। ਜਿਹੜੇ ਪੈਸੇ ਲੋਕਾਂ ਕੋਲ ਥੋੜੇ ਬਹੁਤੇ ਫੜੇ ਸੀ, ਉਹ ਵੀ ਸਿਰ ਤੇ ਖੜੇ ਹੀ ਰਹਿ ਗਏ ਤੇ ਮੇਰਾ ਬਾਪੂ ਸ਼ੁਰੂ ਤੋਂ ਹੀ ਨਹੀਂ ਸੀ ਹੈਗਾ, ਭਾਵ ਕਿ ਛੋਟੇ ਹੁੰਦਿਆਂ ਦਾ ਹੀ ਸਾਡਾ ਬਾਪੂ ਚੜ੍ਹਾਈ ਕਰ ਗਿਆ ਸੀ। ਸੋ ਮੈਂ ਘਰ ਦਾ ਸਭ ਖਰਚਾ ਆਪ ਹੀ ਕਰਦਾ ਸੀ, ਆਪ ਹੀ ਆਪਣੇ ਉੱਤੇ ਸਭ ਦੁੱਖ ਸੁੱਖ ਹੰਢਾਉਂਦਾ ਸੀ। ਇਹ ਸਭ ਕੁਝ ਕੀਤਾ। ਥੋੜੀ ਜਿਹੀ ਜ਼ਮੀਨ ਸੀ, ਉਹਦੇ ਵਿੱਚ ਪਹਿਲਾਂ ਖੇਤੀਬਾੜੀ ਮੈਂ ਕਰਦਾ ਸੀ, ਫਿਰ ਉਸ ਨੂੰ ਵੇਚ ਕੇ ਮੈਂ ਬਾਹਰ ਚਲਾ ਗਿਆ। ਉੱਥੇ ਜਾ ਕੇ ਵੀ ਇਹੋ ਜਿਹੀ ਕਿਸਮਤ ਮੇਰੀ ਕਿ ਮੈਨੂੰ ਵਾਪਸ ਆਉਣਾ ਪੈ ਗਿਆ। 2 ਭੈਣਾਂ ਦੇ ਵਿਆਹ ਸੀ। ਸੋ ਜਿਹੜੇ ਪੈਸੇ ਮੈਂ ਥੋੜੇ ਬਹੁਤ ਜੋੜੇ ਸਨ ਜਾਂ ਇਕੱਠੇ ਕੀਤੇ ਸਨ ਕਿ ਅਸੀਂ ਕੋਈ ਸੋਹਣਾ ਘਰ ਬਣਾਵਾਂਗੇ, ਉਹ ਫਿਰ ਲੋਕਾਂ ਕੋਲੋਂ ਥੋੜੇ ਬਹੁਤੇ ਪੈਸੇ ਫੜ ਕੇ ਮੈਂ ਸੋਚਿਆ ਕਿ ਚਲੋ
ਭੈਣਾਂ ਦੇ ਵਿਆਹ ਤਾਂ ਕਰੀਏ, ਆਪਣਾ ਤਾਂ ਬਾਅਦ ਵਿੱਚ ਵੇਖੀ ਜਾਵੇਗੀ, ਘਰ ਬਾਅਦ ਵਿੱਚ ਵੀ ਬਣਾ ਲਵਾਂਗੇ, ਬਾਕੀ ਕੰਮ ਦੀ ਵੀ ਕੋਈ ਗੱਲ ਨਹੀਂ, ਸਿਰਫ ਭੈਣਾਂ ਦੇ ਕਾਰਜ ਪਹਿਲਾਂ ਕਰਨੇ ਹਨ। ਕਹਿੰਦੇ ਕਿ ਮਹਾਰਾਜ ਦੀ ਕਿਰਪਾ ਹੋਈ, ਚਲੋ ਭੈਣਾਂ ਦੋਵਾਂ ਦੇ ਕਾਰਜ ਹੋ ਗਏ ਤੇ ਲੋਕਾਂ ਕੋਲੋਂ ਪੈਸੇ ਫੜ ਕੇ ਸਭ ਕੁਝ ਕੀਤਾ ਸੀ ਮੈਂ, ਉਹਨਾਂ ਦੀਆਂ ਸਾਰੀਆਂ ਹੀ ਰੀਝਾਂ ਪੁਗਾਈਆਂ। ਆਪਣਾ ਤਾਂ ਥੋੜਾ ਬਹੁਤਾ ਪੈਸਾ ਸੀ ਤੇ ਅਸੀਂ ਸਭ ਜਾਣਦੇ ਹਾਂ ਸਾਧ ਸੰਗਤ ਜੀ, ਜਦੋਂ ਲੋਕਾਂ ਦੀ ਲਾਜ ਲਈ ਕੁਝ ਖਰਚਾ ਕਰੀਏ ਤੇ ਫਿਰ ਆਪਣੇ ਆਪ ਨੂੰ ਥੱਲੇ ਆਉਣਾ ਹੀ ਪੈਂਦਾ ਹੈ। ਭਾਵ ਕਿ ਜੇਕਰ ਉੱਚਿਆਂ ਦੇ ਨਾਲ ਮੱਥੇ ਲਾਏ ਜਾਣ ਤੇ ਆਪਣੇ ਆਪ ਨੂੰ ਨੀਵਾਂ ਹੋਣਾ ਪੈਂਦਾ ਹੈ, ਬੰਦਾ ਦਬ ਜਾਂਦਾ ਹੈ। ਪਰ ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਲੋਕਾਂ ਨੂੰ ਨਾ ਵੇਖ, ਲੋਕਾਂ ਵਿੱਚ ਆਪਣਾ ਨੱਕ ਨਾ ਵੇਖ, ਲੋਕਾਂ ਨੂੰ ਨਾ ਵੇਖ, ਆਪਣਾ ਘਰ ਵੇਖ। ਆਪਣੇ ਘਰ ਦੇ ਵੱਲ ਵੇਖ ਕੇ ਮੈਂ ਅਗਲੇ ਆਉਣ ਵਾਲਿਆਂ ਦਿਨਾਂ ਵਿੱਚ ਜਾਂ ਸਾਲਾਂ ਦੇ ਵਿੱਚ ਸੁਖੀ ਰਹਿ ਸਕਦਾ ਹਾਂ। ਜੇ ਮੈਂ ਇੰਨਾ ਖਰਚਾ ਕਰਾਂਗਾ, ਉਹ ਵੀਰ ਕਹਿੰਦਾ ਮੈਂ ਇੰਨਾ ਕੁ ਖਰਚਾ ਕਰ ਲਿਆ ਕਿ ਲੋਕਾਂ ਕੋਲੋਂ ਫੜ ਕੇ ਕੋਈ ਵੀ ਨਹੀਂ ਸੀ ਲੱਭ ਰਿਹਾ ਹੁਣ ਪੈਸਾ ਮੇਰੇ ਕੋਲ, ਇੰਨਾ ਮੇਰਾ ਖਰਚ ਹੋ ਚੁੱਕਾ ਸੀ। ਤੇ ਕਹਿੰਦਾ ਨਾ ਹੀ ਮੈਨੂੰ ਕੋਈ ਕੰਮ ਲੱਭਾ ਕਮਾਈ ਵਾਸਤੇ। ਕਹਿੰਦਾ ਵੀ ਹੁਣ ਜਦੋਂ ਮੇਰੀਆਂ ਭੈਣਾਂ ਦੇ ਮੈਂ ਵਿਆਹ ਕੀਤੇ ਤੇ ਮੈਨੂੰ 2 ਕੁ ਮਹੀਨੇ ਬਾਅਦ ਸੱਟ ਲੱਗ ਗਈ, ਮੇਰੇ ਲੱਕ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗੀ ਤੇ ਮੈਂ ਬਹੁਤਾ ਚਿਰ ਬਹਿ ਨਹੀਂ ਸੀ ਸਕਦਾ, ਤੁਰ ਫਿਰ ਵੀ ਜ਼ਿਆਦਾ ਨਹੀਂ ਸੀ ਸਕਦਾ। ਭਾਰਾ ਕੰਮ ਤਾਂ ਮੈਨੂੰ ਡਾਕਟਰਾਂ ਨੇ ਮਨਾ ਕੀਤਾ ਸੀ। ਹੁਣ ਲੋਕਾਂ ਦੇ ਜਿਨ੍ਹਾਂ ਕੋਲ ਅਸੀਂ ਪੈਸੇ ਲਏ ਸੀ, 6-6 ਮਹੀਨੇ ਦਾ ਉਹਨਾਂ ਕੋਲੋਂ ਸਮਾਂ ਲਿਆ ਹੋਇਆ ਸੀ, ਉਹ ਵੀ ਲੰਘ ਗਿਆ, ਵਿਆਜ ਵੀ ਨਹੀਂ ਸੀ ਦਿੱਤਾ ਗਿਆ ਉਹਨਾਂ ਦੇ ਪੈਸਿਆਂ ਦਾ। ਹੁਣ ਲੋਕ ਕਹਿੰਦਾ ਕਿ ਘਰ ਆਉਂਦੇ ਹਨ ਤੇ ਕਹਿੰਦਾ ਕਿ ਟਾਲ ਮਟੋਲ ਕਰਦਿਆਂ ਮੈਂ 2 ਸਾਲ ਹੋਰ ਤਰਲੇ ਮਿੰਨਤਾਂ ਕਰਕੇ ਲੰਘਾ ਦਿੱਤੇ। ਉਹਨਾਂ ਦੇ ਹੱਥ ਜੋੜਨੇ ਕਿ ਭਾਈ ਮੈਨੂੰ ਥੋੜਾ ਜਿਹਾ ਸਮਾਂ ਹੋਰ ਦੇ ਦਿਓ, ਮੈਂ ਤੁਹਾਡੇ ਪੈਸੇ ਦੇ ਦਿਆਂਗਾ। ਕਹਿੰਦਾ ਕਿ ਮੇਰੀ ਮਾਂ ਨੇ ਵੀ ਉਹਨਾਂ ਦੇ ਤਰਲੇ ਮਿੰਨਤਾਂ ਕਰਨੇ ਤੇ ਹੱਥ ਜੋੜਨੇ। ਤੇ ਕਹਿੰਦਾ ਕਿ ਅਸੀਂ ਇਹ ਖਬਰ ਸਾਰੀ ਆਪਣੀ ਦੁੱਖ ਤਕਲੀਫਾਂ ਦੀ ਆਪਣੀਆਂ ਭੈਣਾਂ ਤੱਕ ਨਹੀਂ ਸੀ ਪਹੁੰਚਣ ਦਿੱਤੀ। ਤੇ ਐਵੇਂ ਸਾਡਾ ਟਾਈਮ ਜਿਹੜਾ ਸੀ ਉਹ ਪਾਸ ਹੋਇਆ। 2-2.5 ਸਾਲ ਐਦਾਂ ਹੀ ਕਹਿੰਦਾ ਕਿ ਮੈਂ ਲੋਕਾਂ ਦੀਆਂ ਮਿੰਨਤਾਂ ਤਰਲੇ ਕਰਕੇ ਕੱਢ ਲਏ। ਇੱਕ ਵਾਰ ਮੈਂ ਬੈਠਾ ਸੀ ਤੇ ਕਿਸੇ ਨੇ ਮੇਰੇ ਨਾਲ ਗੱਲ ਕੀਤੀ, ਉਹ ਮੇਰਾ ਮਿੱਤਰ ਹੀ ਸੀ। ਉਹ ਮੈਨੂੰ ਕਹਿਣ ਲੱਗਾ ਕਿ ਤੂੰ ਫਿਕਰ ਨਾ ਕਰਿਆ ਕਰ, ਗੁਰੂ ਮਹਾਰਾਜ ਨੂੰ ਯਾਦ ਕਰਿਆ ਕਰ। ਉਹ ਚੰਗੇ ਗੁਰਮੁਖ ਖਿਆਲਾਂ ਵਾਲਾ ਸੀ। ਕਹਿੰਦਾ ਕਿ ਮੈਨੂੰ ਕਹਿਣ ਲੱਗਾ ਕਿ ਤੂੰ ਸ਼ਹੀਦਾਂ ਸਿੰਘਾਂ ਨੂੰ ਚੇਤੇ ਕਰਿਆ ਕਰ, ਉਹ ਤੇਰੇ ਸਭੇ ਕਾਰਜ ਰਾਸ ਕਰ ਦੇਣਗੇ। ਕਹਿੰਦਾ ਕਿ ਜਿਸ ਦਿਨ ਉਸਨੇ ਮੈਨੂੰ ਕਿਹਾ, ਮੈਂ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕੀਤੀ। ਉਸ ਦਿਨ ਮੈਨੂੰ YouTube ਤੇ ਇੱਕ ਵੀਡੀਓ ਮਿਲੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਕਿਸੇ ਦਾ ਕਰਜ਼ਾ ਕਿਵੇਂ ਲਾਹ ਦਿੱਤਾ ਸੀ। ਐਵੇਂ ਕਹਿੰਦਾ ਕਿ ਮੈਂ ਸਭ ਕੁਝ ਸੁਣਿਆ ਤੇ ਫਿਰ ਕਹਿੰਦਾ ਕਿ ਇਹ ਸੁਣ ਕੇ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆ। ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਮੇਰੇ ਗਰੀਬ ਤੇ ਵੀ ਕਿਰਪਾ ਕਰੋ, ਮੈਂ ਬੜਾ ਹੀ ਕਰਜ਼ਾਈ ਹਾਂ। ਲੋਕੀ ਘਰ ਆ ਕੇ ਮੈਨੂੰ ਗਾਲਾਂ ਕੱਢਦੇ ਹਨ ਤੇ ਮੈਨੂੰ ਬਹੁਤ ਸਾਰੀਆਂ ਗੱਲਾਂ ਵੀ ਕਰਦੇ ਹਨ। ਮੈਂ ਰਾਹ ਰਸਤੇ ਵੀ ਨਹੀਂ ਜਾਂਦਾ। ਮੈਂ ਉਦੋਂ ਘਰ ਤੋਂ ਬਾਹਰ ਜਾਂਦਾ ਹਾਂ ਜਦੋਂ ਸੂਰਜ ਡੁੱਬ ਜਾਂਦਾ ਹੈ ਕਿ ਮੈਨੂੰ ਕੋਈ ਵੇਖ ਨਾ ਲਵੇ, ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਜਾਂਦਾ ਹਾਂ। ਮੈਂ ਤਾਂ ਦਿਨੇ ਕਦੇ ਘਰ ਤੋਂ ਬਾਹਰ ਵੀ ਨਹੀਂ ਨਿਕਲਿਆ ਕਰਦਾ। ਗੁਰੂ ਘਰ ਵੀ ਮੈਂ ਦਿਨੇ ਨਹੀਂ ਆਉਂਦਾ ਕਿ ਮੈਨੂੰ ਕੋਈ ਰੋਕ ਕੇ ਪੈਸੇ ਹੀ ਨਾ ਪੁੱਛ ਲਵੇ। ਕਹਿੰਦਾ ਕਿ ਇੰਨੀ ਮੰਦੀ ਮੇਰੀ ਹਾਲਤ ਹੋ ਚੁੱਕੀ ਸੀ, ਬੜਾ ਹੀ ਦੁਖੀ ਤੇ ਪਰੇਸ਼ਾਨ ਸੀ ਮੈਂ। ਤੇ ਫਿਰ ਦੱਸਦਾ ਹੈ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਰਦਾਸ ਬੇਨਤੀ ਕੀਤੀ ਤੇ ਉੱਥੇ ਜਾ ਕੇ ਬਹੁਤ ਜ਼ਿਆਦਾ ਭੁੱਬਾਂ ਮਾਰ ਕੇ ਰੋਇਆ ਕਿ ਮਹਾਰਾਜ ਜੀ ਮੈਨੂੰ ਕੋਈ ਰਸਤਾ ਲੱਭ ਦਿਓ, ਕੋਈ ਕਿਰਪਾ ਕਰ ਦਿਓ, ਕੋਈ ਇਹੋ ਜਿਹੀ ਕਿਰਤ ਮੈਨੂੰ ਮਿਲ ਜਾਵੇ ਕਿ ਜਿਹੜਾ ਮੇਰੀ ਕਮਾਈ ਦਾ ਸਾਧਨ ਬਣ ਜਾਵੇ। ਆਪ ਜੀ ਮਿਹਰ ਕਰ ਦਿਓ, ਤੁਸੀਂ ਤਾਂ ਸਾਰਿਆਂ ਦਾ ਹੀ ਹੱਥ ਫੜਦੇ ਹੋ ਤੇ ਮੇਰੇ ਸਿਰ ਤੋਂ ਇਹ ਕਰਜ਼ਾ ਲੱਥ ਜਾਵੇ। ਕਹਿੰਦਾ ਕਿ ਮੈਂ ਅਰਦਾਸ ਬੇਨਤੀ ਕਰਕੇ ਘਰ ਆਇਆ ਤੇ ਘਰ ਆ ਕੇ ਕਹਿੰਦਾ ਕਿ ਮਾਤਾ ਜੀ ਨੂੰ ਮੈਂ ਕਿਹਾ ਕਿ ਹੁਣ ਕੀ ਕੰਮ ਕਰੀਏ, ਕੋਈ ਇਹੋ ਜਿਹਾ ਕਿਹੜਾ ਕੰਮ ਕਰੀਏ ਜਾਂ ਕੀ ਆਪਣੇ ਘਰ ਦਾ ਕੁਝ ਵੇਚ ਦਈਏ ਕਿ ਲੋਕਾਂ ਦੇ ਪੈਸੇ ਲਾ ਦਈਏ। ਕਹਿੰਦਾ ਕਿ ਅਜੇ ਗੱਲਾਂ ਹੀ ਕਰਦੇ ਸਾਂ ਕਿ ਇੱਕ ਜਿਹੜੀ ਅਸੀਂ ਪੈਸੇ ਲਏ ਸੀ ਉਹ ਆਪਣੀ ਬੀਬੀ ਭਾਵ ਕਿ ਆਪਣੀ ਘਰ ਵਾਲੀ ਨੂੰ ਲੈ ਕੇ ਸਾਡੇ ਘਰੇ ਆ ਗਿਆ। ਉਹ ਬੰਦਾ ਤੇ ਵਿਚਾਰਾ ਕੁਝ ਨਹੀਂ ਬੋਲਿਆ,
ਪਰ ਉਹਦੀ ਜਿਹੜੀ ਘਰਵਾਲੀ ਸੀ ਉਸਨੇ ਮੈਨੂੰ ਬਹੁਤ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਹੁਤ ਜ਼ਿਆਦਾ ਉਸਨੇ ਮੈਨੂੰ ਮਾੜਾ ਬੋਲਿਆ ਕਿ ਅਸੀਂ ਤੈਨੂੰ ਦੇਖ ਲਵਾਂਗੇ, ਤੁਹਾਨੂੰ ਇਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ। ਕਹਿੰਦਾ ਕਿ ਮੈਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਤੁਸੀਂ ਹੀ ਵੇਖ ਲਓ, ਇਹ ਗੱਲਾਂ ਮੈਂ ਸੁਣਦਾ ਹਾਂ ਤੇ ਬਿਲਕੁਲ ਮੇਰੇ ਕੋਲੋਂ ਇਹ ਸਹਿਣ ਨਹੀਂ ਹੁੰਦੀਆਂ। ਕਿਰਪਾ ਕਰਕੇ ਮੈਨੂੰ ਕੋਈ ਕਾਰਜ ਬਖਸ਼ੋ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਮਹਾਰਾਜ, ਜਿਵੇਂ ਤੁਸੀਂ ਰਸਤਾ ਵਿਖਾਓਗੇ, ਕਿਰਪਾ ਕਰੋਗੇ, ਮੈਂ ਉੱਦਾਂ ਹੀ ਕਰਾਂਗਾ। ਮੈਂ ਬੜਾ ਹੀ ਤੰਗ ਤੇ ਪਰੇਸ਼ਾਨ ਹਾਂ ਤੇ ਇਹੋ ਜਿਹੀਆਂ ਸੋਚਾਂ ਸੋਚਦੇ ਹੀ ਮੇਰਾ ਸਾਰਾ ਦਿਨ ਲੰਘ ਜਾਂਦਾ ਹੈ। ਜਦੋਂ ਕਿਤੇ ਹਵਾ ਨਾਲ ਵੀ ਬੂਹਾ ਖੜਕਦਾ ਹੈ ਤੇ ਮੈਂ ਸੋਚਦਾ ਹਾਂ ਕਿ ਕੋਈ ਪੈਸੇ ਮੰਗਣ ਵਾਲਾ ਆ ਗਿਆ ਹੋਵੇਗਾ ਤੇ ਮਾਤਾ ਨੂੰ ਮੈਂ ਕਹਿਣ ਲੱਗ ਜਾਂਦਾ ਹਾਂ ਕਿ ਮਾਤਾ ਜਾ ਕੇ ਵੇਖ ਲਾ, ਤੇ ਜੇ ਕੋਈ ਪੈਸੇ ਮੰਗਣ ਵਾਲਾ ਹੋਇਆ ਤੇ ਆਖ ਦਵੀਂ ਕਿ ਮੈਂ ਘਰ ਵਿੱਚ ਨਹੀਂ ਹਾਂ ਤੇ ਮੈਂ 5-6 ਦਿਨਾਂ ਨੂੰ ਘਰ ਵਿੱਚ ਆਵਾਂਗਾ। ਕਹਿੰਦਾ ਹੈ ਕਿ ਇਹੋ ਜਿਹੇ ਮੇਰੇ ਹਾਲਾਤ ਬਣ ਗਏ। ਬੜਾ ਦੁਖੀ ਤੇ ਬੜਾ ਹੀ ਪਰੇਸ਼ਾਨ ਸੀ ਮੈਂ। ਸਾਧ ਸੰਗਤ ਜੀ, ਇਹ ਗੱਲ ਸੱਚ ਹੈ, ਜਦੋਂ ਅਸੀਂ ਕਿਸੇ ਕੋਲੋਂ ਕੁਝ ਲੈਂਦੇ ਹਾਂ ਤੇ ਫਿਰ ਸਾਡੇ ਕੋਲੋਂ ਮੋੜਿਆ ਨਹੀਂ ਜਾਂਦਾ। ਇਹੋ ਜਿਹਾ ਸਮਾਂ ਬਣ ਜਾਂਦਾ ਹੈ, ਇਹੋ ਜਿਹੇ ਹਾਲਾਤ ਬਣ ਜਾਂਦੇ ਨੇ, ਉਸ ਵੇਲੇ ਬੰਦਾ ਲੁਕਦਾ ਫਿਰਦਾ ਹੈ। ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਕਿਸੇ ਕੋਲੋਂ ਵਿਆਜੀ ਪੈਸਾ ਲੈਣਾ ਨਹੀਂ ਤੇ ਕਿਸੇ ਨੂੰ ਵਿਆਜੀ ਪੈਸਾ ਦੇਣਾ ਨਹੀਂ। ਇਸ ਕੰਮ ਤੋਂ ਮਹਾਰਾਜ ਜੀ ਨੇ ਤਾਂ ਆਪ ਰੋਕਿਆ ਸੀ ਕਿ ਥੋੜੀ ਖਾ ਲਓ, ਪਰ ਵਿਆਜੀ ਪੈਸਾ ਲੈ ਕੇ ਨਾ ਕਿਸੇ ਕੋਲੋਂ ਖਾਓ। ਵਿਆਜੀ ਪੈਸਾ ਕਿਸੇ ਨੂੰ ਨਾ ਹੀ ਦਿਓ, ਕਿਉਂਕਿ ਜਦੋਂ ਵਿਆਜੀ ਪੈਸਾ ਘਰ ਵਿੱਚ ਆਉਂਦਾ ਹੈ ਤਾਂ ਉਹ ਘਰ ਕੰਗਾਲ ਹੋ ਜਾਂਦਾ ਹੈ। ਬੇਸ਼ੱਕ ਤੁਹਾਡੇ ਘਰ ਰੋਟੀ ਚੰਗੀ ਚੱਲ ਪਵੇਗੀ, ਪਰ ਤੁਹਾਡੇ ਕਰਮ ਨਾਸ ਹੋ ਜਾਣਗੇ। ਸਾਧ ਸੰਗਤ ਜੀ, ਮਹਾਰਾਜ ਨੇ ਹਦਾਇਤਾਂ ਦਿੱਤੀਆਂ ਹਨ ਤੇ ਅੱਜ ਸਾਰਾ ਸੰਸਾਰ ਕਹਿੰਦਾ ਹੈ ਕਿ ਅਸੀਂ ਕੰਮ ਨਾ ਕਰੀਏ ਤੇ ਅਸੀਂ ਬਹਿ ਕੇ ਖਾਈਏ, ਭਾਵ ਕਿ ਲੋਕਾਂ ਨੂੰ ਪੈਸੇ ਵੰਡ ਦਈਏ ਤੇ ਜਿਹੜਾ ਉਸ ਦਾ ਵਿਆਜ ਆਉਂਦਾ ਹੈ ਉਸ ਨਾਲ ਜ਼ਿੰਦਗੀ ਵਧੀਆ ਹੰਢਾਈਏ। ਪਰ ਸਤਿਗੁਰ ਜੀ ਕਹਿੰਦੇ ਹਨ, ਉਹ ਤੇਰੇ ਕਰਮਾਂ ਨੂੰ ਗਾਲ ਦੇਵੇਗਾ ਜਿਹੜਾ ਵਿਆਜ ਹੁੰਦਾ ਹੈ। ਜਿਹੜੇ ਤੇਰੇ ਸ਼ੁਭ ਗੁਣ ਹਨ ਉਹ ਸਾਰੇ ਹੀ ਖਤਮ ਹੋ ਜਾਣਗੇ। ਜਿਹੜਾ ਤੇਰਾ ਕੋਈ ਅੱਗੇ ਜਾ ਕੇ ਸਾਥ ਦੇਣ ਵਾਲਾ ਕਰਮ ਵੀ ਹੋਵੇਗਾ ਉਹ ਵੀ ਖਤਮ ਹੋ ਜਾਵੇਗਾ। ਇਹੋ ਜਿਹਾ ਭਲਿਆ ਕੰਮ ਨਾ ਕਰੀ। ਉਹ ਵੀਰ ਕਹਿੰਦਾ ਕਿ ਮੈਂ ਸ਼ਹੀਦਾਂ ਸਾਹਿਬ ਗਿਆ, ਉੱਥੇ ਜਾ ਕੇ ਸੇਵਾ ਵਿੱਚ ਲੱਗਾ ਰਿਹਾ ਤੇ ਮੈਨੂੰ ਆਪਣੇ ਕਰਜ਼ੇ ਬਾਰੇ ਸਭ ਕੁਝ ਭੁੱਲ ਗਿਆ ਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਸੰਗਤਾਂ ਇੱਥੇ ਤਾਂ ਚੁਪਹਿਰਾ ਸਾਹਿਬ ਨਿਭਾਉਂਦੀਆਂ ਹਨ। ਤੇ ਮੈਂ ਵੀ ਕਹਿੰਦਾ ਕਿ ਅਰਦਾਸ ਕੀਤੀ ਕਿ ਹੇ ਖੰਡੇ ਵਾਲੇ ਬਾਪੂ, ਹੇ ਬਾਬਾ ਦੀਪ ਸਿੰਘ ਜੀ, ਤੁਸੀਂ ਹਾਜ਼ਰ ਨਾਜ਼ਰ ਹੋ, ਤੁਸੀਂ ਇੱਥੇ ਇੰਨੀ ਸੰਗਤ ਦੇ ਕਾਰਜ ਰਾਸ ਕਰਦੇ ਹੋ, ਮੇਰੇ ਉੱਪਰ ਵੀ ਕਿਰਪਾ ਕਰ ਦਿਓ। ਮੈਂ ਵੀ ਗਰੀਬ ਹਾਂ, ਮੈਨੂੰ ਪਤਾ ਨਹੀਂ ਕੁਝ, ਮੈਂ ਪਹਿਲਾਂ ਹੀ ਚੁਪਹਿਰੇ ਵਿੱਚ ਬੈਠਣ ਲੱਗਾ ਹਾਂ, ਮੇਰੇ ਤੇ ਕਿਰਪਾ ਕਰ ਦਿਓ। ਮਹਾਰਾਜ ਕਿਸੇ ਨੇ ਕੋਈ ਹੀਲਾ ਵਸੀਲਾ ਹੀ ਮੇਰੇ ਲਈ ਬਣਾ ਦਿਓ, ਮੇਰੇ ਪੈਸਿਆਂ ਦਾ ਕਰਜ਼ਾ ਲਾ ਦਿਓ। ਕਹਿੰਦਾ ਕਿ ਇਸ ਤਰ੍ਹਾਂ ਮੈਂ ਗੱਲਬਾਤ ਕੀਤੀ ਮਹਾਰਾਜ ਜੀ ਦੇ ਨਾਲ। ਫਿਰ ਉਹ ਵੀਰ ਦੱਸਦਾ ਹੈ ਕਿ ਮੈਂ ਚੁਪਹਿਰੇ ਸਾਹਿਬ ਦੇ ਵਿੱਚ ਬੈਠ ਗਿਆ। ਕਹਿੰਦਾ ਕਿ ਮੈਂ ਚੁਪਹਿਰਾ ਸਾਹਿਬ ਕੱਟਿਆ ਤੇ ਫਿਰ ਘਰ ਆ ਕੇ ਮਾਤਾ ਜੀ ਨੂੰ ਦੱਸਿਆ ਕਿ ਅੱਜ ਮਾਤਾ ਮੈਂ ਉੱਥੇ ਚੁਪਹਿਰਾ ਸਾਹਿਬ ਦੀ ਸੇਵਾ ਨਿਭਾ ਕੇ ਆਇਆ ਹਾਂ। ਲੋਕੀ ਕਹਿੰਦੇ ਕਿ ਚੁਪਹਿਰਾ ਸਾਹਿਬ 'ਚ ਸੇਵਾ ਨਿਭਾਈ ਤੇ ਬਾਬਾ ਦੀਪ ਸਿੰਘ ਜੀ ਪ੍ਰਸੰਨ ਹੁੰਦੇ ਹਨ। ਸਾਧ ਸੰਗਤ ਜੀ, ਪ੍ਰਸੰਨ ਹੁੰਦੇ ਹਨ ਕਿਉਂਕਿ ਉੱਥੇ ਬਾਣੀ ਪੜ੍ਹੀ ਜਾਂਦੀ ਹੈ, ਗੁਰਬਾਣੀ ਦਾ ਜਾਪ ਕੀਤਾ ਜਾਂਦਾ ਹੈ। ਤੇ ਉਹ ਵੀਰ ਕਹਿੰਦਾ ਹੈ ਕਿ ਮੈਂ ਘਰ ਆ ਕੇ ਵੀ ਇਦਾਂ ਹੀ ਕੀਤਾ ਤੇ ਫਿਰ ਮੈਂ ਅਗਲੇ ਦਿਨ ਚੁਪਹਿਰੇ ਤੇ ਚਲਿਆ ਗਿਆ। ਫਿਰ ਉਸ ਤੋਂ ਅਗਲੇ ਦਿਨ ਵੀ ਚੁਪਹਿਰੇ ਤੇ ਗਿਆ। ਕਹਿੰਦਾ ਕਿ ਇਦਾਂ ਹੀ ਇੱਕ ਗੁਰਮੁਖ ਪਿਆਰਾ ਮੈਨੂੰ ਉੱਥੇ ਟੱਕਰਿਆ, ਕਿਉਂਕਿ ਉੱਥੇ ਬਾਣੀ ਪੜ੍ਹੀ ਜਾਂਦੀ ਹੈ। ਤੇ ਕਹਿੰਦਾ ਕਿ ਮੈਂ ਉਸ ਵੀਰ ਨੂੰ ਕਿਹਾ ਕਿ ਮੈਂ 5-7 ਚੁਪਹਿਰੇ ਕੱਟ ਲਏ ਹਨ, ਪਰ ਮੇਰਾ ਕਾਰਜ ਨਹੀਂ ਹੋਇਆ, ਕੋਈ ਜੁਗਤੀ ਦੱਸ ਦਿਓ। ਕਹਿੰਦੇ ਉਹ ਗੁਰਮੁਖ ਪੁੱਛਣ ਲੱਗੇ ਕਿ ਭਾਈ ਘਰੇ ਜਾ ਕੇ ਤੂੰ ਕੀ ਕਰਦਾ ਹੁੰਨਾ। ਸਾਧ ਸੰਗਤ ਜੀ, ਅਸੀਂ ਪਹਿਲਾਂ ਵੀ ਕਈ ਵੀਡੀਓ ਵਿੱਚ ਦੱਸਿਆ ਹੈ ਕਿ ਜਦੋਂ ਅਸੀਂ ਚੁਪਹਿਰਾ ਸਾਹਿਬ ਕੱਟ ਆਉਂਦੇ ਹਾਂ ਤਾਂ ਸਾਨੂੰ ਹੁੰਦਾ ਹੈ ਕਿ ਅਸੀਂ ਚੁਪਹਿਰਾ ਸਾਹਿਬ ਕੱਟ ਲਿਆ ਹੈ, ਹੁਣ ਸਾਨੂੰ ਜਲਦੀ ਹੀ ਫਲ ਪ੍ਰਾਪਤ ਹੋ ਜਾਵੇ। ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਿਰਫ ਚੁਪਹਿਰਾ ਐਤਵਾਰ ਨੂੰ ਹੀ ਕੱਟਣਾ ਹੈ। ਸਾਨੂੰ ਗੁਰਬਾਣੀ ਦੇ ਨਾਲ ਰੋਜ਼ ਜੁੜਨਾ ਚਾਹੀਦਾ ਹੈ,
ਫਿਰ ਹੀ ਸਾਡੀਆਂ ਮਨੋਕਾਮਨਾ ਤੇ ਇੱਛਾਵਾਂ ਪੂਰੀਆਂ ਹੋਣਗੀਆਂ। ਉਹ ਗੁਰਮੁਖ ਪਿਆਰੇ ਕਹਿਣ ਲੱਗੇ ਕਿ ਤੂੰ ਚੁਪਹਿਰਾ ਸਾਹਿਬ ਦੀ ਸੇਵਾ ਨਿਭਾ ਕੇ ਜਾਣ ਦੇ ਵਿੱਚ ਇਹ ਗੱਲ ਸੁਣਨ ਨੂੰ ਮਿਲੀ ਕਿ ਉਹ ਗੁਰਮੁਖ ਪਿਆਰੇ ਕਹਿਣ ਲੱਗੇ ਕਿ ਤੂੰ ਚੁਪਹਿਰਾ ਸਾਹਿਬ ਦੀ ਸੇਵਾ ਜਦੋਂ ਨਿਭਾ ਕੇ ਜਾਂਦਾ ਹੈ, ਘਰ ਜਾ ਕੇ ਕੀ ਕਰਦਾ ਹੈ? ਕਹਿੰਦਾ ਕਿ ਬਾਬਾ ਜੀ ਕੁਝ ਨਹੀਂ ਕਰਦਾ। ਤੇ ਕਹਿੰਦੇ ਫਿਰ ਬਾਣੀ ਕਦੋਂ ਪੜ੍ਹਦਾ ਹੈ? ਕਹਿੰਦੇ ਕਿ ਅਗਲੇ ਚੁਪਹਿਰੇ ਦੇ ਵਿੱਚ ਮੈਂ ਆ ਕੇ ਬਾਣੀ ਪੜ੍ਹਦਾ ਹਾਂ। ਤੇ ਉਹ ਕਹਿੰਦੇ ਕਿ ਫਿਰ ਤੇਰੇ ਕਾਰਜ ਕਿਵੇਂ ਹੋ ਜਾਣਗੇ? ਕਹਿੰਦੇ ਗੁਰਮੁਖਾ, ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ। ਪਹਿਲਾਂ ਜੇਕਰ ਉੱਠ ਸਕਦਾ ਹੈ ਤਾਂ ਤੂੰ 4 ਵਜੇ ਦਾ ਸਮਾਂ ਮਿਥ ਲੈ, 4:30 ਵਜੇ ਦਾ ਸਮਾਂ ਮਿਥ ਲੈ। ਪਹਿਲਾਂ ਉੱਠ ਕੇ ਕੇਸੀ ਇਸ਼ਨਾਨ ਕਰਿਆ ਕਰ, ਫਿਰ ਬਾਣੀ ਦੇ ਜਾਪ ਕਰਿਆ ਕਰ। ਜਾਪ ਕਰਨ ਤੋਂ ਬਾਅਦ ਫਿਰ ਤੂੰ ਗੁਰੂ ਘਰ ਜਾ ਕੇ ਅਰਦਾਸ ਕਰਿਆ ਕਰ ਤੇ ਫਿਰ ਕੋਈ ਸੇਵਾ ਵੀ ਕਰਿਆ ਕਰ। ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਘਰ ਵਾਪਸ ਆ ਕੇ ਆਪਣਾ ਕੋਈ ਕਾਰਜ ਆਰੰਭਣਾ ਕਰ ਤੇ ਤੇਰੇ ਤੇ ਮਿਹਰ ਹੋ ਜਾਵੇਗੀ। ਫਿਰ ਤੂੰ ਚੁਪਹਿਰੇ ਵੀ ਕੱਟੀ ਜਾਈਂ, ਬਾਣੀ ਵੀ ਪੜ੍ਹੀ ਜਾਵੀਂ ਤੇ ਮਹਾਰਾਜ ਤੇਰੇ ਆਪੇ ਹੀ ਸਾਰੇ ਕਾਰਜ ਸਵਾਰੇ ਕਰ ਦੇਣਗੇ। ਕਹਿੰਦਾ ਕਿ ਮੈਂ ਐਵੇਂ ਹੀ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ 5-6 ਚੁਪਹਿਰੇ ਪਹਿਲਾਂ ਕੱਟੇ ਸੀ ਉਹਨਾਂ ਵਿੱਚ ਤਾਂ ਮੈਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਸੀ ਹੋਇਆ, ਪਰ ਇਹ ਬਾਣੀ ਪੜ੍ਹਨ ਤੋਂ ਬਾਅਦ ਜਿਹੜਾ ਮੈਂ ਚੁਪਹਿਰਾ ਸਾਹਿਬ ਕੱਟਿਆ ਉਹ ਸੇਵਾ ਨਿਭਾਈ। ਉਸ ਤੋਂ ਬਾਅਦ ਕਹਿੰਦਾ ਜਦੋਂ ਮੈਂ ਘਰ ਆਇਆ ਤੇ ਇੱਕ ਮੇਰੇ ਮਿੱਤਰ ਪੁਰਾਣੇ ਦਾ ਮੈਨੂੰ ਫੋਨ ਆਇਆ। ਮੇਰੇ ਫੋਨ ਦੇ ਵਿੱਚ ਨੰਬਰ ਮੈਂ ਕਦੇ ਬਦਲਿਆ ਨਹੀਂ ਸੀ, ਆਪਣਾ ਪੁਰਾਣਾ ਨੰਬਰ, ਸਾਰੇ ਨੰਬਰ ਮੇਰੇ ਕੋਲ ਉਹੀ ਸਨ। ਤੇ ਕਹਿੰਦਾ ਕਿ ਉਹ ਹੁਣ ਬਾਹਰ ਜਾ ਚੁੱਕਾ ਸੀ। ਕਹਿੰਦਾ ਹੈ ਕਿ ਉਹ ਮੇਰਾ ਬਹੁਤ ਹੀ ਪੁਰਾਣਾ ਮਿੱਤਰ ਸੀ। ਉਸਨੇ ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸਨੇ ਮੈਨੂੰ ਦੱਸਿਆ ਕਿ ਅਸੀਂ ਸਾਰੀ ਫੈਮਿਲੀ ਹੀ ਬਾਹਰ ਆ ਗਏ ਹਾਂ, ਅਸੀਂ ਅਮਰੀਕਾ ਵਿੱਚ ਹਾਂ, ਤੂੰ ਸੁਣਾ, ਤੂੰ ਤਾਂ ਨਿਊਜ਼ੀਲੈਂਡ ਗਿਆ ਹੋਇਆ ਸੀ। ਤੇ ਕਹਿੰਦਾ ਕਿ ਮੈਂ ਦੱਸਿਆ ਕਿ ਭਰਾਵਾ ਮੈਂ ਘਰੇ ਆ ਗਿਆ ਹਾਂ ਤੇ ਮੈਂ ਬੜਾ ਹੀ ਫਸਿਆ ਹੋਇਆ ਹਾਂ। ਉਹ ਕਹਿੰਦਾ ਕਿ ਕੀ ਗੱਲ ਹੋਈ ਹੈ ਯਾਰ, ਤੂੰ ਤਾਂ ਸਕੂਲ ਟਾਈਮ ਤੇ ਕਾਲਜ ਟਾਈਮ ਬਹੁਤ ਹੀ ਵਧੀਆ ਪੜ੍ਹਦਾ ਸੀ, ਕੀ ਮੁਸੀਬਤ ਪੈ ਗਈ ਹੈ ਤੇਰੇ ਉੱਪਰ? ਕਹਿੰਦਾ ਕਿ ਅਸੀਂ ਉਸ ਸਮੇਂ ਸਕੂਲ ਕਾਲਜ ਦੇ ਸਮੇਂ ਬਹੁਤ ਹੀ ਆਪਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਸੀ, ਅਸੀਂ ਕਿਸੇ ਤੋਂ ਕੋਈ ਵੀ ਗੱਲ ਨਹੀਂ ਸੀ ਲੁਕਾਉਂਦੇ। ਤੇ ਕਹਿੰਦਾ ਕਿ ਮੈਂ ਬਹੁਤ ਸਮਾਂ ਉਸ ਨਾਲ ਗੱਲਾਂ ਕੀਤੀਆਂ ਤੇ ਕਹਿੰਦਾ ਕਿ ਫਿਰ ਮੈਂ ਉਸ ਨੂੰ ਆਪਣੇ ਦੁੱਖ ਦੱਸਣੇ ਸ਼ੁਰੂ ਕਰ ਦਿੱਤੇ ਕਿ ਭਰਾਵਾ ਮੈਂ ਤਾਂ ਘਰੋਂ ਨਿਕਲਦਾ ਹੀ ਨਹੀਂ ਹਾਂ, ਮੇਰੇ ਤੇ 12-13 ਲੱਖ ਦਾ ਕਰਜ਼ਾ ਚੜ੍ਹ ਚੁੱਕਾ ਹੈ ਤੇ ਮੈਂ ਲੁਕਿਆ ਹੀ ਫਿਰਦਾ ਹਾਂ ਲੋਕਾਂ ਤੋਂ ਕਿ ਲੋਕੀ ਮੇਰੇ ਕੋਲੋਂ ਕਿਤੇ ਪੈਸੇ ਨਾ ਪੁੱਛ ਲੈਣ ਤੇ ਮੈਂ ਬਹੁਤ ਪਰੇਸ਼ਾਨ ਹਾਂ। ਤੇ ਕਹਿੰਦਾ ਕਿ ਉਸਨੇ ਫਿਰ ਮੈਨੂੰ ਕਿਹਾ ਕਿ ਮਹਾਰਾਜ ਤੇਰੇ ਉੱਤੇ ਕਿਰਪਾ ਕਰਨਗੇ, ਤੂੰ ਬਾਣੀ ਦਾ ਜਾਪ ਕਰਿਆ ਕਰ। ਕਹਿੰਦਾ ਕਿ ਮੈਂ ਉਸ ਨਾਲ ਗੱਲ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਿਆ। ਪਾਠ ਕਰਦੇ ਕਰਦੇ ਜਦੋਂ ਮੈਂ ਅਖੀਰਲੀ ਅਸ਼ਟਪਦੀ ਤੇ ਪਹੁੰਚਿਆ ਤਾਂ ਉਸ ਦਾ ਮੈਨੂੰ ਫਿਰ ਫੋਨ ਆ ਗਿਆ। ਕਹਿੰਦਾ ਕਿ ਪਹਿਲਾਂ ਤਾਂ ਮੈਂ ਸੋਚਿਆ ਕਿ ਪਾਠ ਪੂਰਾ ਕਰਕੇ ਹੀ ਮੈਂ ਉਸ ਨਾਲ ਗੱਲ ਕਰਦਾ ਹਾਂ, ਪਰ ਮੈਂ ਫਿਰ ਸੋਚਿਆ ਕਿ ਚੱਲ ਫੋਨ ਚੁੱਕ ਹੀ ਲੈਂਦੇ ਹਾਂ। ਤੇ ਕਹਿੰਦਾ ਕਿ ਉਸਨੇ ਮੈਨੂੰ ਪੁੱਛਿਆ ਕਿ ਤੇਰੇ ਉੱਪਰ ਕਿੰਨਾ ਕਰਜ਼ਾ ਚੜਿਆ ਹੋਇਆ ਹੈ। ਤੇ ਕਹਿੰਦਾ ਕਿ ਮੈਂ ਉਸਨੂੰ ਦੱਸਿਆ ਕਿ 10 ਲੱਖ ਰੁਪਏ ਮੇਰੇ ਸਿਰ ਤੇ ਜਿਹੜਾ ਕਰਜ਼ਾ ਹੈ ਉਹ ਚੜਿਆ ਹੈ। ਕਹਿੰਦਾ ਕਿ ਚੱਲ ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲਿਆ ਕਰ, ਤੂੰ ਆਰਾਮ ਨਾਲ ਘੁੰਮਿਆ ਕਰ, ਕਿਸੇ ਕੋਲੋਂ ਡਰਨ ਦੀ ਕੋਈ ਲੋੜ ਨਹੀਂ ਹੈ, ਤੂੰ ਫਿਕਰ ਨਾ ਕਰਿਆ ਕਰ। ਕਹਿੰਦਾ ਕਿ ਮੇਰੇ ਮਨ ਨੂੰ ਧਰਵਾਸ ਹੋ ਗਿਆ। ਮੈਂ ਸੋਚਿਆ ਕਿ ਇਹ ਮੈਨੂੰ ਕਹੂਗਾ ਕਿ ਮੈਂ ਤੇਰੀ ਮਦਦ ਕਰਦਾ ਹਾਂ, ਉਹਨੇ ਪਰ ਇੰਨੀ ਗੱਲ ਨਹੀਂ ਕਹੀ। ਕਹਿੰਦਾ ਕਿ ਉਸ ਤੋਂ ਬਾਅਦ ਮੈਂ ਅਗਲੇ ਚੁਪਹਿਰੇ ਤੇ ਗਿਆ, ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ। ਮੈਂ ਇਹ ਕਿਹਾ ਕਿ ਬਾਬਾ ਜੀ ਮੇਰੇ ਸਿਰ ਤੇ ਮਿਹਰ ਕਰ ਦਿਓ ਇਸੇ ਹੀ ਚੁਪਹਿਰੇ ਤੇ, ਜੇਕਰ ਤੁਸੀਂ ਇਸ ਚੁਪਹਿਰੇ ਤੇ ਮੇਰੇ ਉੱਪਰ ਕੋਈ ਮਿਹਰ ਨਾ ਕੀਤੀ ਤਾਂ ਮੈਂ ਕੱਲ੍ਹ ਦੇ ਚੁਪਹਿਰੇ ਵਿੱਚ ਨਹੀਂ ਆਉਣਾ, ਮੇਰਾ ਮਨ ਇੰਨਾ ਦੁਖੀ ਹੋ ਚੁੱਕਾ ਹੈ। ਤੇ ਕਹਿੰਦਾ ਕਿ ਬਾਬਾ ਜੀ ਜੇਕਰ ਤੁਸੀਂ ਮੇਰੇ ਉੱਪਰ ਮਿਹਰ ਕਰ ਦਿੱਤੀ ਤਾਂ ਮੈਂ ਜੇਕਰ ਬਾਹਰ ਵੀ ਨਾ ਗਿਆ, ਜਿੰਨਾ ਚਿਰ ਮੈਂ ਇੱਥੇ ਰਹੂੰਗਾ, ਪੰਜਾਬ ਵਿੱਚ ਰਹੂੰਗਾ, ਮੈਂ ਚੁਪਹਿਰਿਆਂ ਦੀ ਸੇਵਾ ਨਿਭਾਉਂਦਾ ਰਹੂੰਗਾ। ਤੇ ਨਾਲ ਹੀ ਕਿਹਾ ਕਿ ਉਹਨਾਂ ਚਿਰ ਮੈਂ ਆਪ ਜੀ ਦੇ ਦਰ ਦੀ ਸੇਵਾ ਨਹੀਂ ਛੱਡਦਾ। ਕਹਿੰਦਾ ਇਦਾਂ ਕਰਕੇ ਮੈਂ ਅਰਦਾਸ ਕਰਕੇ ਚੁਪਹਿਰਾ ਸਾਹਿਬ ਦੇ ਵਿੱਚ ਬੈਠ ਗਿਆ। ਕਹਿੰਦਾ 5 ਜਪਜੀ ਸਾਹਿਬ ਦੇ ਪਾਠ ਪੜ੍ਹੇ, ਚੌਪਈ ਸਾਹਿਬ ਦੇ ਪਾਠ ਪੜ੍ਹੇ। ਉਹ 15 ਕੁ ਮਿੰਟ ਦੀ ਰੈਸਟ ਹੁੰਦੀ ਹੈ। ਕਹਿੰਦਾ ਕਿ ਉਸ ਵੇਲੇ ਮੇਰਾ ਫੋਨ
ਮੈਨੂੰ फ़ोन ਆਉਂਦਾ ਮਹਿਸੂਸ ਹੋਇਆ ਤੇ ਉਸ ਉੱਪਰ ਮੈਸੇਜ ਆਇਆ ਹੋਇਆ ਸੀ। ਉਹ ਮੈਸੇਜ ਮੇਰੇ ਦੋਸਤ ਦਾ ਸੀ ਤੇ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਆਪਣਾ ਅਕਾਊਂਟ ਨੰਬਰ ਭੇਜ ਦੇ ਜਾਂ ਮੈਨੂੰ ਸ਼ਾਮਾਂ ਨੂੰ फ़ोन ਕਰੀ। ਕਹਿੰਦਾ ਕਿ ਮੈਂ ਸੋਚਿਆ ਕਿ ਅਕਾਊਂਟ ਨੰਬਰ ਤਾਂ ਮੰਗਦਾ ਹੋਵੇਗਾ ਕਿ ਮੈਂ ਤੈਨੂੰ ਪੈਸੇ ਭੇਜ ਦਿੰਦਾ ਹਾਂ, ਪਰ ਇਸ ਤਰ੍ਹਾਂ ਦੀ ਫਿਰ ਉਸਨੇ ਕੋਈ ਗੱਲ ਨਹੀਂ ਕਹੀ। ਕਹਿੰਦਾ ਕਿ ਇਸ ਤਰ੍ਹਾਂ ਦੇ ਮੇਰੇ ਮਨ ਵਿੱਚ ਖਿਆਲ ਆਉਣ ਲੱਗ ਪਏ। ਕਹਿੰਦਾ ਫਿਰ ਮੈਂ ਸੁਖਮਨੀ ਸਾਹਿਬ ਦਾ ਪਾਠ ਕੀਤਾ। ਉਹ ਇਸੇ ਵਿਚਾਰਾਂ ਵਿੱਚ ਹੀ ਅਰਦਾਸ ਕੀਤੀ ਤੇ ਬਾਅਦ ਵਿੱਚ ਮੈਂ ਘਰ ਆ ਗਿਆ। ਘਰ ਜਾ ਕੇ ਉਹਨੂੰ फ़ोन ਲਾਇਆ। ਉਹ ਮੇਰਾ ਜਿਹੜਾ ਮਿੱਤਰ ਸੀ, ਉਹ ਮੈਨੂੰ ਕਹਿਣ ਲੱਗਾ ਕਿ ਮੇਰੀ ਤਨਖਾਹ ਆ, ਮੈਂ ਤੈਨੂੰ ਪਾ ਦਿੰਦਾ ਹਾਂ ਤੇ ਤੂੰ ਸਾਰਾ ਕਰਜ਼ਾ ਲਾ ਲੈ, ਤੇ ਜੇਕਰ ਤੇਰਾ ਇੱਥੋਂ ਦਾ ਅਮਰੀਕਾ ਦਾ ਵੀ ਕੋਈ ਕੰਮ ਬਣਦਾ ਹੋਇਆ ਤੇ ਤੈਨੂੰ ਮੈਂ ਨਾਲ ਲੈ ਜਾਵਾਂਗਾ। ਤੇ ਕਹਿੰਦਾ ਮੈਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੇ ਅੱਗੇ ਖਲੋ ਕੇ ਬਹੁਤ ਜ਼ਿਆਦਾ ਰੋਇਆ। ਬਾਬਾ ਜੀ, ਤੁਸੀਂ ਮੇਰੀ ਸੁਣ ਲਈ ਹੈ? ਇਹੀ ਤਾਂ ਮੈਂ ਅੱਜ ਦੀ ਅਰਦਾਸ ਵਿੱਚ ਕਹਿ ਕੇ ਆਇਆ ਸੀ, ਪਰ ਮੈਂ ਕਿੰਨਾ ਕਲਯੁਗੀ ਹਾਂ ਤੇ ਕਿੰਨਾ ਸਵਾਰਥੀ ਹੋ ਗਿਆ ਸੀ। ਤੇ ਮੈਂ ਤੁਹਾਨੂੰ ਹੀ ਕਹਿ ਬੈਠਾ ਕਿ ਜੇਕਰ ਤੁਸੀਂ ਅੱਜ ਮੇਰੇ ਉੱਪਰ ਮਿਹਰ ਨਾ ਕੀਤੀ ਤਾਂ ਮੈਂ ਅਗਲਾ ਚੁਪਹਿਰਾ ਨਹੀਂ ਕੱਟਣਾ। ਪਰ ਬਾਬਾ ਜੀ, ਤੁਸੀਂ ਤਾਂ ਬੇਅੰਤ ਹੋ। ਤੁਸੀਂ ਤਾਂ ਮੇਰੀ ਇਸੇ ਹੀ ਚੁਪਹਿਰੇ ਦੇ ਵਿੱਚ ਅਰਦਾਸ ਕਬੂਲ ਕਰ ਲਈ ਹੈ, ਮੇਰੇ ਗਰੀਬ ਦੀ ਲਾਜ ਰੱਖ ਲਈ ਹੈ। ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਜੇਕਰ ਅਸੀਂ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਰੱਖ ਕੇ ਚੁਪਹਿਰੇ ਕੱਟਾਂਗੇ ਤਾਂ ਸਾਡਾ ਵੀ ਹਰ ਇੱਕ ਤਰ੍ਹਾਂ ਦਾ ਕਰਜ਼ਾ ਲੱਥ ਜਾਵੇਗਾ, ਭਾਵੇਂ ਉਹ ਧਨ ਪ੍ਰਤੀ ਹੋਵੇ, ਭਾਵੇਂ ਉਹ ਪਾਪਾਂ ਦਾ ਕਰਜ਼ਾ ਹੋਵੇ, ਉਸ ਤੋਂ ਸਾਨੂੰ ਮੁਕਤੀ ਮਿਲ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।